ਵਿਜੇ ਇੰਦਰ ਸਿੰਗਲਾ ਦੀਆਂ ਕੋਸ਼ਿਸ਼ਾਂ ਸਦਕਾ ਸਰਕਾਰੀ ਸਕੂਲਾਂ 'ਚ ਸੁਧਾਰ। 13,000 ਦੇ ਕਰੀਬ ਸਰਕਾਰੀ ਸਕੂਲਾਂ ਨੇ ਸਮਾਰਟ ਸਕੂਲਾਂ ਦਾ ਧਾਰਿਆ ਰੂਪ। ਸ਼੍ਰੀ ਫਤਿਹਗੜ੍ਹ ਸਾਹਿਬ 'ਚ ਕੋਰੋਨਾ ਕਾਰਨ ਪਿਛਲੇ 24 ਘੰਟਿਆਂ 'ਚ 3 ਮੌਤਾਂ। ਜ਼ਿਲ੍ਹੇ 'ਚ 98 ਨਵੇਂ ਕੇਸ ਪੋਜ਼ਿਟਿਵ ਆਏ। ਰੂਪਨਗਰ ਦੇ ਸਰਕਾਰੀ ਹਸਪਤਾਲ 'ਚ ਵੈਕਸੀਨ ਦਾ ਭੰਡਾਰ ਖਤਮ। ਕੱਲ ਤੱਕ ਹੋਰ ਵੈਕਸੀਨ ਆਉਣ ਦੀ ਹੈ ਉਮੀਦ। ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਨਹੀਂ ਭੇਜੀ ਜਾ ਰਹੀ ਹੈ ਜ਼ਰੂਰਤ ਅਨੁਸਾਰ ਵੈਕਸੀਨ। ਸਤਿ ਸ਼੍ਰੀ ਅਕਾਲ ਜੀ। ਐਨਬੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮਨਪ੍ਰੀਤ ਸਿੰਘ ਗਿੱਲ ਸਵਾਗਤ ਕਰਦਾ ਹਾਂ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਬੁਲਟਨ ਦੀ। ਫਰੀਦਾਬਾਦ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ 'ਚ ਅੰਦਰ ਖੜੇ ਇੱਕ ਟਰੱਕ 'ਚ ਭਿਆਨਕ ਅੱਗ ਲੱਗੀ। ਅੱਗ ਇੰਨੀ ਭਿਆਨਕ ਸੀ ਕਿ ਟਰੱਕ ਤੇ ਪਿਆ ਸਮਾਨ ਵੀ ਸੜ ਕੇ ਸੁਆਹ ਹੋ ਗਿਆ, ਜਿਸ ਦੇ ਚੱਲਦੇ ਮੌਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਤੇ ਬੜੀ ਮੁਸ਼ਕਿਲ ਨਾਲ ਹੀ ਅੱਗ ਤੇ ਕਾਬੂ ਪਾਇਆ ਗਿਆ ਤੇ ਨਾਲ ਹੀ ਮੌਕੇ ਤੇ ਪਹੁੰਚੀ ਪੁਲਿਸ ਦੀ ਟੀਮ ਜੋ ਹੈ ਉਹ ਅੱਗ ਲੱਗਣ ਦੇ ਕਾਰਨ ਦਾ ਪਤਾ ਲਗਾ ਰਹੀ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨ ਦਾ ਹਾਲੇ ਤੱਕ ਨਹੀਂ ਪਤਾ ਲੱਗਿਆ। ਕੋਰੋਨਾ ਕਾਲ ਦੇ ਚੱਲਦਿਆਂ ਲੋਕਾਂ 'ਚ ਚਿੰਤਾ ਬਣੀ ਹੋਈ ਹੈ ਤੇ ਦਿੱਲੀ 'ਚ ਕੋਰੋਨਾ ਦਾ ਪ੍ਰਭਾਵ ਬਹੁਤ ਹੀ ਵੱਧਦਾ ਜਾ ਰਿਹਾ ਹੈ। ਦਿੱਲੀ 'ਚ 18 ਸਾਲ ਵਰਗ ਉਮਰ ਦੇ ਲੋਕਾਂ ਦੇ ਲਈ ਵੀ ਟੀਕਾਕਰਨ ਜੋ ਸ਼ੁਰੂ ਕਰ ਦਿੱਤਾ ਗਿਆ ਹੈ। ਲੋਕ ਉਤਸ਼ਾਹਿਤ ਹੋ ਕੇ ਟੀਕਾਕਰਨ ਦੇ ਲਈ ਅੱਗੇ ਆ ਰਹੇ ਨੇ ਤੇ ਦੂਜੇ ਦੇਸ਼ਾਂ ਤੋਂ ਵੀ ਸਹਾਇਤਾ ਲਈ ਜਾ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਪਹਿਲਾਂ ਦੂਜੇ ਰਾਜਾਂ ਨੂੰ ਵੈਕਸੀਨ ਭੇਜ ਰਹੇ ਸਨ, ਪਰ ਹੁਣ ਆਪਣੇ ਮੁਲਕ 'ਚ ਹੀ ਵੈਕਸੀਨ ਦੀ ਕਮੀ ਆ ਰਹੀ ਹੈ ਤੇ ਦੂਜੇ ਮੁਲਕਾਂ ਤੋਂ ਸਹਾਇਤਾ ਲੈਣ ਦੀ ਲੋੜ ਪੈ ਰਹੀ ਹੈ। ਲੋਕਾਂ ਦਾ ਮੁਕੰਮਲ ਤੌਰ ਤੇ ਇਲਾਜ ਨਹੀਂ ਹੋ ਪਾ ਰਿਹਾ ਤੇ ਲੋਕ ਕੇਂਦਰ ਸਰਕਾਰ ਦੇ ਪ੍ਰਬੰਧਾਂ ਤੋਂ ਕਿਤੇ ਨਾ ਕਿਤੇ ਖੁਸ਼ ਵੀ ਨਹੀਂ ਹੈ ਤੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਤੇ ਕਈ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਕਿ ਆਪਣੇ ਦੇਸ਼ 'ਚ ਲੋਕਾਂ ਦੇ ਬਚਾਅ ਦੇ ਲਈ ਇੰਨੀ ਦੇਰੀ ਕਿਉਂ ਹੋ ਰਹੀ ਹੈ। ਪਰ ਫਿਰ ਵੀ ਕੇਂਦਰ ਸਰਕਾਰ ਇਹ ਜ਼ਿੰਮੇਵਾਰੀਆਂ ਲੈਣ ਨੂੰ ਤਿਆਰ ਨਹੀਂ ਹੈ ਕਿ ਉਹ ਕੋਰੋਨਾ ਮਹਾਮਾਰੀ ਦੌਰਾਨ ਪੁਖਤਾ ਪ੍ਰਬੰਧ ਕਰਨ ਦੇ ਵਿੱਚ ਅਸਫਲ ਨਜ਼ਰ ਆ ਰਹੀ ਹੈ। ਦੇਸ਼ ਦੇ ਵਿੱਚ ਕੋਰੋਨਾ ਦਾ ਪ੍ਰਭਾਵ ਲਗਾਤਾਰ ਵੱਧਦਾ ਜਾ ਰਿਹਾ ਤੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਹਜੇ ਵੀ ਹਸਪਤਾਲਾਂ 'ਚ ਆਕਸੀਜਨ ਤੇ ਬੈੱਡਾਂ ਦੀ ਕਮੀ ਪਾਈ ਜਾ ਰਹੀ ਹੈ ਤੇ ਮਰੀਜ਼ ਇਲਾਜ ਤੋਂ ਵਾਂਝੇ ਨਜ਼ਰ ਆ ਰਹੇ ਨੇ ਤੇ ਕੇਂਦਰ ਸਰਕਾਰ ਤੋਂ ਉਮੀਦ ਕਰ ਰਹੇ ਨੇ ਪੁਖਤਾ ਪ੍ਰਬੰਧਾਂ ਦੀ। ਕੇਂਦਰ ਸਰਕਾਰ ਪਹਿਲਾਂ ਤਾਂ ਦੂਜੇ ਰਾਜਾਂ ਨੂੰ ਵੈਕਸੀਨ ਸਪਲਾਈ ਕਰ ਰਹੀ ਸੀ, ਹੁਣ ਕਈ ਵਿਦੇਸ਼ੀ ਮੁਲਕਾਂ ਤੋਂ ਵੀ ਸਹਾਇਤਾ ਲਈ ਜਾ ਰਹੀ ਹੈ, ਪਰ ਫਿਰ ਵੀ ਕੇਂਦਰ ਸਰਕਾਰ ਜੋ ਹੈ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈ ਕਿ ਉਹ ਪੁਖਤਾ ਪ੍ਰਬੰਧਾਂ ਦੇ ਲਈ ਅਸਫਲ ਨਜ਼ਰ ਆ ਰਹੀ ਹੈ। ਦਿੱਲੀ ਦੇ ਵਿੱਚ 18 ਸਾਲ ਤੋਂ ਵੱਧ ਉਮਰ ਦੇ ਵੀ ਟੀਕਾਕਰਨ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਲੋਕ ਉਤਸ਼ਾਹਿਤ ਹੋ ਕੇ ਟੀਕਾਕਰਨ ਦੇ ਲਈ ਅੱਗੇ ਆ ਰਹੇ ਨੇ, ਪਰ ਫਿਰ ਵੀ ਲੋਕ ਜੋ ਹੈ ਸਰਕਾਰ ਦੇ ਪ੍ਰਬੰਧਾਂ ਤੋਂ ਖੁਸ਼ ਨਹੀਂ ਨਜ਼ਰ ਆ ਰਹੇ। ਹਜੇ ਵੀ ਮਰੀਜ਼ਾਂ ਦੀਆਂ ਕਤਾਰਾਂ ਹਸਪਤਾਲਾਂ ਦੇ ਬਾਹਰ ਖੜੀਆਂ ਨੇ। ਤੇ ਇਸ ਦੀ ਵਧੇਰੀ जानकारी लिए दिल्ली तो साढ़े पत्रकार राजीव तिवारी जुड़ चुके हैं। राजीव जी, दिल्ली में 18 साल से भी अधिक उम्र के लोगों का भी टीकाकरण होना शुरू हो गया, तो अब दिल्ली में कोरोना काल के दौरान लोगों की क्या स्थिति है? देखिए बिल्कुल बताया, इस तरीके से लगातार जो कोरोना की स्थिति है वो बिल्कुल बिगड़ती जा रही थी, मगर कहीं ना कहीं आप थोड़ी सी राहत जरूर मिली है, क्योंकि जिस तरीके से पिछले 24 घंटे के अंदर 20,000 से ज्यादा के आंकड़े हैं, तो कहीं ना कहीं स्थिति थोड़ी सी सामान्य जरूर हुई है, क्योंकि पिछले 24 घंटे के अंदर लगातार जो स्थिति आ रही थी वो लगभग 27,000 और 28,000 के आसपास से कोरोना के आंकड़े थे। मगर जिस तरीके से वैक्सीनेशन के जो टीकाकरण था यानी कि 18 साल से ऊपर के लोगों के लिए वो कहीं ना कहीं 1 मई से स्टार्ट करना था, मगर वैक्सीन की कमी होने की वजह से वो 3 मई से यानी कि आज से उसकी शुरुआत की गई है। मगर कहीं ना कहीं जो 18 साल से ऊपर के लोग थे जिन्होंने रजिस्ट्रेशन करा की थी वो कहीं ना कहीं टीकाकरण के लिए जरूर उत्साहित थे, मगर अब जैसे ही टीकाकरण की प्रक्रिया स्टार्ट की है तो कहीं ना कहीं दिल्ली सरकार को भी अब राहत मिलेगी, क्योंकि दिल्ली सरकार जिस तरीके से कोशिश कर रही थी कि लोगों तक टीकाकरण पहुंचाने की, क्योंकि वायरस से बचने का एक समाधान यही है कि सोशल डिस्टेंसिंग रखें, मास्क का यूज करें और टीकाकरण जरूर कराएं। मगर जिस तरीके से अब टीकाकरण की प्रक्रिया स्टार्ट हुई है तो कहीं ना कहीं दिल्ली सरकार को लगता है कि थोड़ी बहुत राहत मिलेगी। मगर जिस तरीके से अभी भी स्थिति ऑक्सीजन को लेकर कहें या बेडों को लेकर कहें या वैक्सीन को लेकर कहें वो स्थिति जरूर बनी हुई है अस्पतालों के अंदर, मगर दिल्ली सरकार निरंतर कोशिश कर रही है। यहाँ तक कि अब दिल्ली सरकार ने एक और कदम उठाया, जो लोग होम
आइसोलेशन में है यानी कि होम क्वारंटाइन के अंदर है, उनको भी अब मॉनिटराइज किया जाएगा। डॉक्टरों को बोला गया है और लगातार कोशिश की जाएगी जो लोग होम आइसोलेशन में है उनको कहीं ना कहीं अब उपचार दिया जा सके। अगर किसी के पास ऑक्सीजन की कमी है तो उसके लिए ऑक्सीजन सिलेंडर भी मुहैया कराया जाएगा। मगर ये सारी जिम्मेवारी अब दिल्ली सरकार के अस्पताल है उनकी होगी और लगातार कोशिश की जा रही है हर तरीके से अस्पतालों के अंदर या फिर कहें होम आइसोलेशन के अंदर जो लोग हैं उनको सुविधाएं मिल सके। मगर दिल्ली सरकार कितनी कोशिश कर पाएगी वो जरूर देखना होगा, क्योंकि अभी तक दिल्ली सरकार और केंद्र सरकार के बीच में अभी भी तालमेल नहीं मिल रहा है और कहीं ना कहीं उसी की वजह से कहीं ना कहीं दिल्ली के अंदर दिक्कतें आ रही हैं। जी जैसे कि आपने कहा कि दिल्ली सरकार का और केंद्र सरकार का अभी भी तालमेल नहीं मिल रहा, तो लॉकडाउन की स्थिति बनी हुई है और सरकार पुख्ता प्रबंध करने के इंतजाम में लगी हुई है, लेकिन फिर भी सरकार असफल हो रही है दिल्ली में कोरोना के बचाव के लिए। तो इसका जिम्मेवार कौन नजर आ रहा है? देखिए बिल्कुल बात करें जिस तरीके से दिल्ली सरकार और केंद्र सरकार के जो तालमेल ना मिलने का कारण वही है कि दोनों ही सरकारें जिम्मेवार है। क्योंकि दिल्ली सरकार अगर किसी कारणवश कमजोर होती है या फिर किसी कारणवश स्थिति नहीं संभालती है तो उसकी जिम्मेवारी केंद्र सरकार की होती है। मगर यहाँ पर दिल्ली के अंदर दोनों ही सरकारों यानी कि आम आदमी पार्टी की गए हैं या फिर भाजपा की गए हैं यानी केंद्र सरकार की, दोनों ही सरकारें सिर्फ राजनीति कर रही है, जनता के बारे में नहीं सोच रही। मतलब जिस तरीके से कह सकते हैं उपलब्धि गिनाई जा रही है, दोनों ही सरकारें कोशिश कर रही है कि भाजपा ये करा रही है और आम आदमी पार्टी कहती है कि जी अस्पतालों के अंदर हमने ऑक्सीजन प्लांट लगाए जा रहे हैं, तो कहीं ना कहीं स्थिति जरूर सामान्य करने की कोशिश की जा रही है। मगर ये दोनों ही सरकारें अगर मिलकर काम करें तो स्थिति को और जल्दी से संभाला जा सकता है। जी अगर बात करें ऑक्सीजन की कालाबाजारी की और रेमडेसिविर के कालाबाजारी की, तो उसके बाद जो मुजरिम पकड़े जाते हैं कालाबाजारी करते हैं, उनके ऊपर जो पुलिस की ओर से क्या कार्रवाई की जाती है? देखिए बिल्कुल जैसे से बात करें वैक्सीन की यानी कि रेमडेसिविर की बात करें या फिर कहें ऑक्सीजन की बात करें तो इसके अंदर लगातार कहीं ना कहीं कालाबाजारी बिल्कुल हो रही है और यहाँ तक ऊंचे से दुगने से तिगने दाम लिए जा रहे हैं। यानी कि एक ऑक्सीजन सिलेंडर की अगर 10,000 की कीमत होती है तो उससे कम से कम 50,000 लिए जा रहे हैं। मगर कहीं ना कहीं इस तरह की कालाबाजारी के लिए दिल्ली सरकार को बड़े कदम उठाने चाहिए थे, मगर वो कदम जरूर नहीं उठाए गए हैं। मगर दिल्ली पुलिस इसके लिए बिल्कुल कोशिश करती जा रही है और यहाँ तक निरंतर लोगों की पूछताछ भी की जा रही है, लोगों को जानकारी भी ली जा रही है। यहाँ तक कि कोई व्यक्ति अरेस्ट किया जाता है, क्योंकि आज भी कहीं ना कहीं 2 व्यक्तियों को गिरफ्तार किया गया जो ऑक्सीजन सिलेंडर की सप्लाई कर रहे थे और उनको पुलिस ने ग्राहक बनकर उनको पकड़ा है और कहीं ना कहीं कोशिश की जाएगी कि लगातार इस तरीके की प्रक्रिया अपनाई जाए। मतलब जिस तरीके से ऑक्सीजन की और वैक्सीनेशन की यानी कि जो टीकाकरण है उस पर भी कहीं ना कहीं दिल्ली सरकार निरंतर बढ़ाई जाए और कालाबाजारी जो लोग कर रहे हैं उनके ऊपर भी सख्ती से सख्ती कार्रवाई की जाए। जी राजीव जी, तमाम जानकारी के लिए बहुत बहुत धन्यवाद आपका। ਵਾਧਾ ਜਾ ਰਿਹਾ ਤੇ ਸਰਕਾਰ ਇਸ ਦੇ ਪੁਖਤਾ ਪ੍ਰਬੰਧਾਂ ਦੇ ਵਿੱਚ ਲੱਗੀ ਹੋਈ ਹੈ। ਹੁਣ ਦੇਖਣਾ ਇਹ ਹੋਗਾ ਕਿ ਕਦੋਂ ਇਸ ਬਿਮਾਰੀ ਤੇ ਠੱਲ ਪੈਂਦੀ ਹੈ। ਸਰਕਾਰੀ ਸਕੂਲਾਂ ਦੇ ਸਿੱਖਿਆ ਮਿਆਰ ਨੂੰ ਹੋਰ ਸੁਧਾਰ ਲਿਆਉਣ ਦੇ ਲਈ ਅਤੇ ਸਕੂਲਾਂ ਦੇ ਵਿੱਚ ਵਧੀਆ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੇ ਲਈ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਹੁਣ ਤੱਕ ਤਕਰੀਬਨ 13,000 ਸਕੂਲਾਂ ਨੂੰ ਸਮਾਰਟ ਸਕੂਲਾਂ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤੇ ਇਸ ਦੇ ਨਤੀਜੇ ਵਜੋਂ ਸਰਕਾਰੀ ਸਕੂਲਾਂ ਦੇ ਵਿੱਚ ਪਿਛਲੇ ਸਾਲਾਂ ਤੋਂ ਦਾਖਲਿਆਂ 'ਚ ਵੀ ਵਾਧਾ ਹੋ ਰਿਹਾ ਹੈ। ਚਾਲੂ ਵਿਦਿਅਕ ਸੈਸ਼ਨ 2021-2022 ਦੇ ਦੌਰਾਨ ਇਹ ਵਾਧਾ ਹੁਣ ਤੱਕ ਪਿਛਲੇ ਸਾਲ ਦੇ ਮੁਕਾਬਲੇ 15% ਤੋਂ ਵਧੇਰੇ ਹੋ ਕੇ ਦਿਖਿਆ ਹੈ ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ 12,976 ਸਕੂਲਾਂ ਨੂੰ ਸਮਾਰਟ ਸਕੂਲਾਂ ਦੇ ਵਿੱਚ ਬਦਲ ਦਿੱਤਾ ਗਿਆ ਹੈ। ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਤੇ ਜਲਦ ਹਾਜ਼ਰ ਹੋਵਾਂਗੇ ਬ੍ਰੇਕ ਤੋਂ ਬਾਅਦ। गुरु तेग बहादुर जिथे जाए बह मेरा सतगुरु सुथान सुहावा राम राजे। जिस जगह ते ये स्थान सुशोभित है गुरुद्वारा श्री दुख निवारण साहब, इत्थे बड़ा छोटा जिहा पिंड सी लहल पिंड।
ਤਾਂ ਗੁਰੂ ਸਾਹਿਬ ਜੀ ਨੇ ਜਦੋਂ ਆਪਣਾ ਆਸਣ ਇੱਥੇ ਆ ਕੇ ਲਾਇਆ ਤਾਂ ਇਸ ਨਗਰ ਦੇ ਰਹਿਣ ਵਾਲੇ ਭਾਗ ਰਾਮ ਜਦੋਂ ਆ ਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਪਾਤਸ਼ਾਹ ਕਿਰਪਾ ਕਰੋ, ਇਸ ਨਗਰ ਦੀ ਆਬਾਦੀ ਬਹੁਤ ਥੋੜੀ ਹੈ, ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਇੱਥੋਂ ਦੀ ਆਬਾਦੀ ਬਹੁਤ ਹੋਵੇਗੀ, ਉੱਘਾ ਸ਼ਹਿਰ ਹੋਵੇਗਾ ਔਰ ਇੱਥੇ ਜਿਹੜਾ ਹੈ ਬਹੁਤ ਸੋਹਣਾ ਸੁੰਦਰ ਅਸਥਾਨ ਹੋਵੇਗਾ। ਜਗਤ ਮੇਂ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਇਸ ਸਰੋਵਰ ਦੇ ਵਿੱਚ ਸ਼ਰਧਾ ਸਹਿਤ ਇਸ਼ਨਾਨ ਕਰੇਗਾ, ਉਹਦੇ ਸਾਰੇ ਰੋਗ ਦੂਰ ਹੋਣਗੇ, ਮਨ ਇੱਛਤ ਫਲ ਦੀ ਪ੍ਰਾਪਤੀ ਹੋਵੇਗੀ। ਵਾਹਿਗੁਰੂ राष्ट्र धर्म रात 8 बजे सिर्फ ANB न्यूज पर। क्या आप दुबले पतले कमजोर हैं, आपकी सेहत नहीं बनती, भूख कम लगती है, वजन नहीं बढ़ता? दरअसल मेन बात खाना पीना खाना नहीं है, मेन बात है खाया पिया लगना। और अगर खाया पिया लगेगा ही नहीं तो सेहत बनेगी कैसे? इसलिए हमारी संस्था सन्यासी आयुर्वेदा ने एक ऐसी दवा बनाई है जो कि आपके पाचन तंत्र को, आपके लीवर सिस्टम को ठीक करने का काम करती है, ताकि आप जो भी खाएं उसका पूरे का पूरा निचोड़ आपके शरीर को लगे, आपकी भूख बढ़े, खाया पिया सही से लगे, नया खून बने, हड्डियों में जान आए, वजन बढ़े, ताकत बढ़े, चेहरे पर नूर आए और आप मोटे तगड़े खूबसूरत पर्सनैलिटी के मालिक बन जाएं। यह दवा पूरी तरह से आयुर्वेदिक होती है। इसका शरीर पर कोई भी साइड इफेक्ट, कोई भी नुकसान या दुष्प्रभाव नहीं होता। लड़के लड़कियां दोनों इसका इस्तेमाल कर सकते हैं और पहले 15 दिन के अंदर ही आपको इसका असर महसूस हो जाएगा। सिर्फ 650 रुपए की पूरे 1 महीने की दवा होती है और आप इसे घर बैठे 01145454545 पर फोन करके दवा मंगवा सकते हैं। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਸਵਾਗਤ ਹੈ। ਹਰਿਆਣਾ 'ਚ ਇੱਕ ਹਫ਼ਤੇ ਦਾ ਲੋਕਡਾਊਨ ਲੱਗਣ ਤੋਂ ਬਾਅਦ ਬੱਲਭਗੜ੍ਹ ਦੇ ਬੱਸ ਸਟੈਂਡ ਤੇ ਦੇਖਿਆ ਗਿਆ ਕਿ ਕਾਫੀ ਗਿਣਤੀ 'ਚ ਲੋਕ ਆਪਣੇ ਘਰਾਂ ਨੂੰ ਜਾਂਦੇ ਨਜ਼ਰ ਆਏ। ਇਸ ਦੇ ਚੱਲਦੇ ਬੱਸ ਸਟੈਂਡ ਦੇ GM ਨੇ ਦੱਸਿਆ ਕਿ ਇਹ ਉਹ ਲੋਕ ਹਨ ਜੋ ਡੇਲੀ ਰੂਟੀਨ 'ਚ ਜਾ ਰਹੇ ਹਨ ਤੇ ਉਹਨਾਂ ਨਾਲ ਇਹ ਵੀ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਦੌਰਾਨ ਸਵਾਰੀਆਂ ਦਾ ਤਾਪਮਾਨ ਚੈੱਕ ਕਰਕੇ ਫਿਰ ਹੀ ਉਹਨਾਂ ਨੂੰ ਬੱਸ ਦੇ ਵਿੱਚ ਚੜਾਇਆ ਜਾ ਰਿਹਾ ਤੇ ਬੱਸ ਦੇ ਵਿੱਚ ਸਿਰਫ 26 ਜਾਂ 27 ਸਵਾਰੀਆਂ ਨੂੰ ਹੀ ਬਿਠਾਇਆ ਜਾ ਰਿਹਾ ਤੇ ਟਿਕਟ ਵੀ ਬੱਸ ਨੂੰ ਜੋ ਹੈ ਸਵਾਰੀਆਂ ਨੂੰ ਬੱਸ ਚੜ੍ਹਨ ਤੋਂ ਪਹਿਲਾਂ ਦਿੱਤੀ ਜਾ ਰਹੀ ਹੈ। ਤੇ ਦੂਜੀ ਤਰਫ ਰੋਡਵੇਜ਼ ਯੂਨੀਅਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਸਾਰੇ ਰੂਟਾਂ ਤੇ ਬੱਸ ਚੱਲ ਰਹੀ ਹੈ ਤੇ ਕੋਈ ਵੀ ਸਵਾਰੀ ਨੂੰ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ नहीं आने ਦਿੱਤੀ जा रही। अभी तक तो सवारियां आ रही हैं और जहाँ जहाँ सवारियां आ रही हैं हम लोग उनको भेज रहे हैं जी। अलीगढ़, आगरा, मथुरा, गुड़गांव, इन्हीं रूट्स के ऊपर ही मैक्सिमम सवारियां आ रही हैं, लेकिन हम एक बस के अंदर 25 या 26 सवारियां ही उनको भेज रहे हैं ताकि इसमें जो हमारी गाइडलाइन आई है उनकी पालना की जा सके। किस तरीके की व्यवस्था की है आप लोगों ने? सबके साथ हमने मैक्सिमम बसेस ये लगा रखी हैं, सारी बसेस, और उसके अंदर ये चलने के लिए सबको हमने सैनिटाइज दे रखे हैं, सबको मास्क करने कर रखे हैं ताकि कोई कोरोना का जो आगे सैनिटाइजर भी भेजते हैं जी। बसें अपनी अपनी सारी रूटों पर चल रही हैं? अभी तक तो चल रही है जी, अभी तो चल रही है। बाकी जैसे जैसे डिमांड अगर नहीं आएगी फिर हम आस्ते आस्ते इनको बंद करेंगे, पर अभी नहीं, अभी तक तो गाड़ी हमारी को चलती रहेगी। कुछ ऐसी स्थिति भी देखने गई जो प्लान कर रहे हैं लोग या ऐसी कोई स्थिति है? नहीं, ऐसी कोई नहीं आई अब तक। आगरा रूट, गुड़गांव रूट, इस तरह का जहां पैसेंजर आ रहा है हम वहां गाड़ियां भेज रहे हैं और मूल सुविधा के तौर पे हम गाड़ियां सारी सैनिटाइज करा के भेज रहे हैं और मास्क और कंडक्टर ड्राइवर को भी मास्क वगैरह और सैनिटाइज दिया हुआ है। अंदर की कैपेसिटी कितनी है बस के अंदर? कैपेसिटी हमारी 26 जो सरकार की गाइडलाइन है, आधी सवारी 52 सीटर गाड़ियों में 26 सवारी हम ले रहे हैं। तो कैसे बिठाते हैं उनको सीट छोड़कर? हम बिठाते हैं, जैसे 2 की सीट है तो 1 सवारी बैठेगी, उस पे 1 पे हटा दिया जाएगा, दूसरी बिठाएंगे, और 3 की सीट है तो बीच में सीट छुड़वा के तब सवारियां बैठा रहे हैं।
यानी कि एक किस्म से हमने क्रॉस दे रखा है, जैसे हमने यहाँ निशान लगा रखे हैं उसी तरह से हम समझा के सवारियों को एक सीट छोड़ के एक सीट पे बैठा रहे। कोई टेम्परेचर वगैरह इस तरीके की चीजें चेक की जा रही आज टेम्परेचर भी, टेम्परेचर मशीन हमारे पास है, उसका चेक करके प्रयास ये है अब 26 के 26 लोगों का टेम्परेचर चेक करके बिठाया जा। पर कई बार ऐसा होता है कोई दाएं बाएं होकर छूट भी सकता है। बाकी हमारा ये प्रयास है 100% लोगों का, हम 26 के 26 एक गाड़ी में अगर सवारी है सबका टेम्परेचर। ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਆਪਣੀ ਸਾਸੂ ਮਾਂ ਦੇ ਕਰੋਨਾ ਵੈਕਸੀਨ ਦਾ ਟੀਕਾ ਲਗਵਾਉਣ ਸਰਕਾਰੀ ਸਿਵਲ ਹਸਪਤਾਲ ਦੇ ਵਿੱਚ ਆਏ, ਜਿੱਥੇ ਉਹਨਾਂ ਦੱਸਿਆ ਕਿ ਰੋਜ਼ਾਨਾ 45 ਸਾਲ ਤੋਂ ਉੱਪਰ ਦੇ ਲੋਕ ਕਰੀਬ 3 ਤੋਂ 4 ਹਜ਼ਾਰ ਦੀ ਗਿਣਤੀ 'ਚ ਵੈਕਸੀਨੇਸ਼ਨ ਲਗਵਾਉਣ ਬਠਿੰਡਾ ਦੇ ਸਿਵਲ ਹਸਪਤਾਲ 'ਚ ਪਹੁੰਚ ਰਹੇ ਨੇ ਤੇ ਪਿੰਡੂ ਖੇਤਰਾਂ ਦੇ ਵਿੱਚ ਹੁਣ ਲੋਕਾਂ ਦਾ ਜ਼ਿਆਦਾ ਗਿਣਤੀ ਦੇ ਵਿੱਚ ਵੈਕਸੀਨ ਲਗਵਾਉਣ 'ਚ ਰੁਝਾਨ ਹੈ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਕਰੋਨਾ ਪੀੜਤਾਂ ਤੋਂ ਜ਼ਿਆਦਾ ਪੈਸੇ ਵਸੂਲੇ ਜਾਣ ਤੇ ਉਹਨਾਂ ਕਿਹਾ ਕਿ ਉਹਨਾਂ ਦੀ ਟੀਮਾਂ ਦਾ ਗਠਨ ਕੀਤਾ ਗਿਆ ਕਿ ਜੇਕਰ ਇਹੀ ਜੀ ਕੋਈ ਵੀ ਸ਼ਿਕਾਇਤ ਮਿਲਦੀ ਹੈ ਕਿ ਪ੍ਰਾਈਵੇਟ ਹਸਪਤਾਲ ਦੇ ਵਿੱਚ ਵੱਧ ਪੈਸੇ ਲਏ ਜਾ ਰਹੇ ਨੇ ਤਾਂ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। बठिंडा के ਵਿੱਚ वैक्सीनेशन का ਅਸੀਂ 1 ਲੱਖ ਦੇ ਉੱਪਰ टारगेट जो वो ऑलरेडी अचीव किया है। हर रोज़ 3,000 तो 4,000 तक लोग हमारे पास आ रहे हैं वैक्सीनेशन करने के लिए। अब इधर वो शहर तो अलावा इधर वो पिंडों से भी काफ़ी लोग आ रहे हैं वैक्सीनेशन करने के लिए। तो सरकार वालों आदायित इधर 45 साल के ऊपर बाकी हेल्थ वर्कर गवर्नमेंट एम्प्लॉय फ्रंटलाइन वर्कर ऐसे सभी को इधर भी दे रहे हैं। ये मैं सभी लोग बेनती ये करूँगा इधर ठीक है अभी कोरोना से बचने के लिए यही हमारे को एक टूल है, ये सभी यूज़ करके तो सभी मैक्सिमम मदद करवाओ। थैंक यू। अच्छा, एक ना प्राइवेट हॉस्पिटल्स द्वारा काफ़ी चार्जेस लिए जा रहे हैं, काफ़ी बड़ी कॉस्ट में, और जो सरकार ने तय रेट किए हैं उनसे काफ़ी डिफरेंस है, उनका काफ़ी मोटे चार्जेस हम कह सकते हैं लोगों का बलेगा। ਅਸੀਂ ऑलरेडी टीम का कितना है टीके का कितना इधर केस को चेक करने के लिए अगर कंप्लेंट कोई भी है मेरे पास अगर ਸ਼੍ਰੀ ਫਤਿਹਗੜ੍ਹ ਸਾਹਿਬ 'ਚ ਕਰੋਨਾ ਦਾ ਪ੍ਰਕੋਪ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਚੱਲਦਿਆਂ ਪਿਛਲੇ 24 ਘੰਟਿਆਂ 'ਚ 3 ਮੌਤਾਂ ਤੇ 98 ਨਵੇਂ ਕੇਸ ਪੋਜ਼ਿਟਿਵ ਆਏ ਨੇ ਤੇ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨਵੇਂ ਆਏ ਸਿਵਲ ਸਰਜਨ ਡਾਕਟਰ ਮਹਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਕੁੱਲ 5,243 ਪੋਜ਼ਿਟਿਵ ਕੇਸਾਂ ਦਾ ਅੰਕੜਾ ਦਰਜ ਹੋ ਚੁੱਕਿਆ ਹੈ, ਜਿਨ੍ਹਾਂ ਦੇ ਵਿੱਚੋਂ 523 ਐਕਟਿਵ ਕੇਸ ਹਨ ਤੇ 4573 ਮਰੀਜ਼ ਠੀਕ ਵੀ ਹੋ ਚੁੱਕੇ ਨੇ ਤੇ ਉਹਨਾਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਮਹਾਮਾਰੀ ਦੇ ਵੱਧ ਰਹੇ ਪ੍ਰਕੋਪ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਦੇ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦਾ ਪਾਲਣ ਕੀਤਾ ਜਾਵੇ ਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ ਜਾਵੇ। ਡੈਥਸ ਹੋ ਗਈਆਂ ਹੈਗੀਆਂ ਆਪਣੇ ਇਸ ਡਿਸਟ੍ਰਿਕਟ 'ਚ 147 ਹੋ ਗਈਆਂ ਹੈਗੀਆਂ ਤੇ ਜਿਹੜੇ ਐਕਟਿਵ ਕੇਸ ਹੈਗੇ ਇਸ ਟਾਈਮ 523 ਐਕਟਿਵ ਕੇਸਿਸ ਹੈਗੇ। ਹੁਣ ਜਿਹੜੀ ਹੈਗੀ ਹੈ ਕੱਲ ਜਿਹੜੇ 98 ਜਿਹੜੇ ਕੇਸਿਸ ਹੈਗੇ ਪੋਜ਼ਿਟਿਵ ਨਿਕਲੇ ਹੈ ਤੇ ਜਿਹੜੀ ਸਾਡੀ ਹੁਣ ਇੱਕ ਕੋਸ਼ਿਸ਼ ਹੋਏਗੀ ਕਿ ਅਸੀਂ ਵੱਧ ਤੋਂ ਵੱਧ ਜਿਹੜੀ ਹੈਗੀ ਸੈਂਪਲਿੰਗ ਕਰਾਂਗੇ ਤਾਂ ਕਿ ਸਾਨੂੰ ਪਤਾ ਚੱਲ ਜਾਏ ਕਿਹੜਾ ਪੇਸ਼ੈਂਟ ਕਿਹੜਾ ਕੀ ਪਰਸਨ ਜਾਂ ਪੇਸ਼ੈਂਟ ਜਿਹੜਾ ਪੋਜ਼ਿਟਿਵ ਨਿਕਲ ਰਿਹਾ ਹੈਗਾ। ਪੋਜ਼ਿਟਿਵ ਕੇਸ ਅਗਰ ਕੋਈ ਨਿਕਲਦਾ ਹੈ ਫਿਰ ਅਸੀਂ ਨੂੰ ਜਿਹੜੀ ਕੰਟੈਕਟ ਟ੍ਰੇਸਿੰਗ ਸਟਾਰਟ ਕਰ ਦਿੰਦੇ ਆ ਕਿ ਉਸਦੇ ਜਿਹੜੇ ਹੈਗੇ ਨਾਲ ਦੇ ਜਿਹੜੇ ਬੰਦੇ ਆ ਜਿਨ੍ਹਾਂ ਦੇ ਨਾਲ ਉਹਨਾਂ ਦਾ ਕੰਟੈਕਟ ਰਿਹਾ ਹੈਗਾ ਅਸੀਂ ਉਹਨਾਂ ਦੇ ਜਿਹੜੀ ਫਿਰ ਸੈਂਪਲਿੰਗ ਕਰਾਉਂਦੇ ਆ ਵੀ ਉਹ ਤਾਂ ਨਹੀਂ ਪੋਜ਼ਿਟਿਵ ਹੈਗੇ। ਜਿਹੜਾ ਫਿਰ ਪੇਸ਼ੈਂਟ ਪੋਜ਼ਿਟਿਵ ਨਿਕਲਦਾ ਹੈਗਾ ਅਗਰ ਤਾਂ ਉਹਨੂੰ ਕੋਈ ਤਕਲੀਫ ਹੁੰਦੀ ਹੈਗੀ ਤਾਂ ਉਹਨੂੰ ਐਡਵਾਈਜ਼ ਕਰ ਦਿੰਦੇ ਆ ਕਿ ਹਸਪੀਟਲ 'ਚ ਐਡਮਿਟ ਹੋ ਜਾ, ਨਹੀਂ ਤਾਂ ਉਹਨੂੰ ਹੋਮ ਆਈਸੋਲੇਸ਼ਨ ਕਰ ਦਿੰਦੇ ਆ। ਜਦ ਅਗਰ ਪੇਸ਼ੈਂਟ ਕੋਈ ਹੋਮ ਆਈਸੋਲੇਸ਼ਨ 'ਚ ਹੋ ਜਾਂਦਾ ਹੈਗਾ ਤੇ ਜਿਹੜਾ ਹੈਗਾ ਪਹਿਲੇ ਦਿਨ ਜਿਹੜੇ ਹੈਗੀ ਸਾਡੀ ਟੀਮ ਜਾ ਕੇ ਉਹਨਾਂ ਨੂੰ ਫਤਿਹ ਕਿਟ ਦਿੰਦੀ ਹੈਗੀ ਹੈ ਤੇ ਉਸਦੇ ਨਾਲ ਹੀ ਉਹਨੂੰ ਸਾਰੀਆਂ ਚੀਜ਼ਾਂ ਪੁੱਛਦੀ ਹੈ ਕਿ ਤੁਹਾਨੂੰ ਕੋਈ ਸਾਹ ਦੀ ਤਕਲੀਫ ਤਾਂ ਨਹੀਂ ਹੈ, ਤੁਹਾਨੂੰ ਕੋਈ ਬੁਖਾਰ ਦਾ ਨਹੀਂ ਹੈਗਾ। ਇਹ ਚੀਜ਼ਾਂ ਪੁੱਛ ਕੇ ਅਗਰ ਉਹਨੂੰ ਲੱਗਦਾ ਹੈ ਕਿ ਮਰੀਜ਼ ਬਿਲਕੁਲ ਠੀਕ ਠਾਕ ਹੈ ਤਾਂ ਉਹਨਾਂ ਨੂੰ ਕਹਿ ਦਿੰਦੇ ਠੀਕ ਹੈ ਤੁਸੀਂ ਆਪਣੇ ਹੀ ਘਰ ਆਰਾਮ ਕਰੋ। ਨਾਲ ਉਹਨਾਂ ਨੂੰ ਇਹ ਐਡਵਾਈਜ਼ ਕਰ ਦਿੰਦੇ ਆ ਕਿ ਤੁਸੀਂ ਅਗਰ ਤੁਹਾਨੂੰ ਕੋਈ ਵੀ ਤਕਲੀਫ ਹੁੰਦੀ ਹੈ ਕਿ ਤੁਸੀਂ ਉਹ ਆਪਣਾ ਮੋਬਾਈਲ ਨੰਬਰ ਜਾਂ ਫੋਨ ਨੰਬਰ ਦੇ ਕੇ ਜਾਂਦੇ ਹੈਗੇ ਤਾਂ ਉਹ ਫੋਨ ਕਰ ਦਿੰਦੇ ਨੇ। ਅਗਰ ਉਹਨੂੰ ਕੋਈ ਪ੍ਰੋਬਲਮ ਹੁੰਦੀ ਫਿਰ ਉਹਨੂੰ ਹਸਪੀਟਲ 'ਚ ਸ਼ਿਫਟ ਕਰਵਾ ਦਿੰਦੇ ਆ। ਨਹੀਂ ਤਾਂ ਜਿਹੜੀ RRT ਟੀਮਸ ਹੈਗੀਆਂ ਇਹ ਫਿਰ ਪਹਿਲੇ ਦਿਨ, ਤੀਸਰੇ ਦਿਨ ਤੇ 10ਵੇਂ ਦਿਨ ਵਿਜ਼ਿਟ ਕਰਦੀਆਂ ਹੈਗੀਆਂ ਤੇ DC ਆਫਿਸ ਵੱਲੋਂ ਜਿਹੜੇ CTPO ਹੈਗੇ ਹੈ ਉਹਨਾਂ ਦੀ ਜਿਹੜੀ ਟੀਮ ਹੈਗੀ ਹੈ ਉਹਨਾਂ ਨੂੰ ਸਵੇਰੇ ਸ਼ਾਮ ਜਿਹੜਾ ਹੈਗਾ ਉਹਨਾਂ ਦਾ ਹਾਲ ਚਾਲ। ਫਿਲਹਾਲ ਇਸ ਬੁਲਟਨ 'ਚ ਨਹੀਂ ਤੇ ਮੈਨੂੰ ਦੇ ਇਜਾਜ਼ਤ, ਧੰਨਵਾਦ।